सब देखने और सुनने वालों की खिदमत में मोहब्बत भरा सलाम। यकूब साहब काफ़ी दिनों से ब्रेक पे थे और मैंने खुद भी चाहा था चंद दिन ये सुकून ले लें, मगर इनको भी सुकून नहीं आ रहा था। मैसेज पे मैसेज आ रहे थे। आज मैंने रिक्वेस्ट की है कि ज़रा हथौला। क्या हाल है यकूब साहब आपका? अल्हम्दुलिल्लाह ਉਹਦੀ ਰਾਤ ਦਾ ਕਰਮ ਹੈ ਜਿਸ ਹਾਲ 'ਚ ਰੱਖੇ ਬੰਦੇ ਨੂੰ ਜਿਹੜਾ ਨਾ ਸ਼ੁਕਰਾ ਨਹੀਂ ਹੋਣਾ ਚਾਹੀਦਾ। ਉਂਝ ਸਿਹਤ ਤੇ ਬੜੀ ਕਮਜ਼ੋਰ ਹੈ, ਹੱਦ ਤੋਂ ਜ਼ਿਆਦਾ ਕੋਈ ਸਰਦੀ ਜਿਹੜੀ ਹੈ ਨਾ ਇਹ नहीं बाल ਜਿਹਦਾ ਕਰਮ ਤਾਂ ਕੀ ਹੈ ਤੇ ਲੱਖਾਂ ਨਾਲੋਂ ਚੰਗੇ ਆ। नहीं, तो परेशानी बनी हुई थी, बार-बार मैसेज आ रहे थे। आप तो कहते थे प्रोग्राम करना ही नहीं अभी मैंने, तो क्या हुआ? ਨਹੀਂ ਮੈਂ ਤਾਂ ਤੁਹਾਨੂੰ ਕਰਦਾ ਰਿਹਾ ਟਵੀਟ ਵਿੱਚ ਤੱਕੋ ਮੁਲਕ ਦੇ ਹਾਲਾਤ ਕਿਹੜੇ ਤੁਸੀਂ ਉਹ ਮੈਂ ਤਾਂ ਕਰਾਂ ਨਾ ਤੁਹਾਡੇ ਪ੍ਰੋਗਰਾਮ ਮਰਜ਼ੀਆਂ ਦੇ ਬਾਰੇ 'ਚ ਤੇ ਕਰਮਾਂ ਲਿਆ ਉਹ ਮਰਜ਼ੀਆਂ ਨਾਲ ਜ਼ਿਆਦਤੀ ਨਹੀਂ ਪੂਰੇ ਪਾਕਿਸਤਾਨ ਨਾਲ ਇਤਨੀ ਕੀ ਜ਼ਿਆਦਤੀ ਹੋ ਰਹੀ ਹੈ ਇਸ ਵੇਲੇ ਤੁਸੀਂ ਪੂਰੀ ਦੁਨੀਆ ਪਰ ਤੱਕ ਲਓ। ਸੱਤਾਂ ਬਰੇ ਆਜ਼ਮਾਂ 'ਚ ਕਿਸੇ ਮੁਲਕ ਦੀ ਹਾਲਤ ਨਹੀਂ ਜਿਹੜੇ ਪੂਰੀ ਦੁਨੀਆ ਦੇ ਪਿੱਲੇ ਨੇ, ਪੂਰੀ ਦੁਨੀਆ ਦੇ ਉਹਨਾਂ ਨੇ ਚੋੜ ਕੱਢ ਕੇ ਜਿਸ ਤਰ੍ਹਾਂ ਨਾ ਇੱਕ ਮਣ ਚਰਸ ਹੋਵੇ ਤੇ 1 ਕਿਲੋ ਪਾਊਡਰ ਨਿਕਲਦਾ ਹੈ। ਉਹ ਸਾਡੇ ਤੇ ਅਗਿਆਰ ਦੀ 30-35 ਸਾਲ ਦੀ ਮਿਹਨਤ ਇਸ ਵੇਲੇ ਸਾਡੇ ਜਿਹੜੇ ਅਦਾਰੇ ਨੇ ਨਾ ਕੋਈ ਸਾਡੀ ਪੁਲਿਸ ਨਾ ਕੋਈ ਸਾਡੇ ਜਨਾਬ ਲਈ ਫੌਜ ਨਾ ਸਾਡੀਆਂ ਯੂਨੀਵਰਸਿਟੀਆਂ ਨਾ ਸਾਡੇ ਕਾਲਜ ਨਾ ਸਾਡੇ ਡਾਕਟਰ ਨਾ ਸਾਡੇ ਵਕੀਲ ਨਾ ਸਾਡੇ MPA ਨਾ MNA ਪਿੱਲੇ ਨੇ ਆਲ ਟੂ ਆਲ ਅਲਫ ਤੋਂ ਲਾ ਕੇ ਇਹ ਤੱਕ ਪਿੱਲੇ ਨੇ ਕਿਉਂਕਿ ਅਗਿਆਰ ਦੀ ਮਿਹਨਤ ਉਹ ਦੱਸੋ ਮੈਨੂੰ ਜਿਹੜਾ ਬੰਦਾ ਉਹਨੂੰ ਜਿਹੜਾ ਆਸਮਾ ਪਿੱਲਾ ਜਿਹੜਾ ਉਹਨੂੰ ਬੰਦਾ ਜਰਨਲ ਆਖਦਾ ਜਾਂ ਉਹਨੂੰ ਜਰਨਲ ਮੰਨਦਾ ਉਹ ਆਪਣੇ ਬਾਪ ਦਾ ਉਹਦੇ 'ਚ ਇਨਸਾਨੀਅਤ ਹੈ। ਇਹ ਜਿਸ ਤਰ੍ਹਾਂ ਬੰਦਾ ਆਇਆ ਇਹ ਮੈਂ ਪਰਸੋਂ ਇੱਕ 20 ਲੱਖ ਤੱਕ ਦੇ ਉਹ ਜਿਹੜੇ ਨੇ 20 ਲੱਖ ਕਰਦੇ ਨੇ ਮੁੜੇ ਉਹ ਜਿਹੜੇ ਬਾਇਓਗ੍ਰਾਫੀ ਆਪਣੀ ਰੋਜ਼ ਦਾ ਜ਼ਰੀਆ ਬਣਾਏ ਆ ਪਿੱਲਿਆਂ ਨੇ ਉਹ ਪਿੱਲਾ ਪਿਆ ਦੀ ਬਾਇਓਗ੍ਰਾਫੀ ਦੱਸਦਾ ਸੀ ਪਿਆ ਅਸਤਗਫਿਰੁल्लाह ਉਹ ਸੈयद ਕਿੱਥੋਂ ਉਹ ਹਾਫਿਜ਼ ਕਿੱਥੋਂ ਮੈਂ ਉਹਨੂੰ ਅੱਜ ਤੱਕ ਪੜ੍ਹਦਾ ਤੱਕ अच्छा चलो ये छोड़ो गल ਇਹ ਤੇ ਕਈ ਵਾਰੀ ਮੇਰੀ ਗੱਲ ਸੁਣੇ ਤੇ ਕਾਫੀ ਦਫਾ ਦੱਸ ਚੁੱਕੇ। ਇਹ ਦੱਸੋ ਕਿ ਇਹਨਾਂ ਨੇ ਉੱਥੇ ਗੋਲੀ ਚਲਾਈ ਜਾਂ ਨਹੀਂ ਚਲਾਈ, ਕਿਸੇ ਨੂੰ ਗਾਲ ਨਾ ਕੱਢਿਓ, ਬੜੇ ਆਰਾਮ ਨਾਲ ਜ਼ਰਾ ਇਹਦਾ ਜਵਾਬ ਦਿਓ ਮੈਨੂੰ। ਜਵੇਦ ਸਾਹਿਬ ਇਹਨਾਂ ਇੱਕ ਗੋਲੀ ਨਹੀਂ ਚਲਾਈ। ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਮੈਂ 30 ਸਾਰੇ ਕੁਰਾਨ ਦੀ ਕਸਮ ਖਾ ਕੇ ਕਹਿਣਾ ਇਹਨਾਂ ਸਾਡਿਆਂ ਮੌਲਵੀਆਂ ਨੂੰ ਖੁਦਾ ਖੁਲਕ ਪਾਏ ਇਹ ਤੱਕੀ ਸਵਾਰੀ ਵਰਗੇ ਮੌਲਵੀ ਪੈਦਾ ਹੋਣ ਜਾਂ ਤਾਹਿਰ ਅਸ਼ਰਫੀ ਵਰਗੇ ਜਾਂ ਫਜ਼ਲੰਡੂ ਵਰਗੇ ਤੇ ਫਿਰ ਮੁਲਕ ਦੀ ਅੱਲਾ ਹੀ ਮਾਫੀ ਦੇ ਨਾ ਕੋਈ ਹੋਰ ਵੀ ਲੱਗੇ ਨੇ ਕੋਈ ਮੇਰੇ ਮਸਲਕ ਦੇ ਬੰਦੇ ਵੀ ਲੱਗੇ ਨੇ ਖੁਦਾ ਨੂੰ ਹਦਾਇਤ ਦੇ ਮੈਂ ਹੀ ਖਾ ਸਕਣਾ ਕਰਮ ਵਾਲਿਓ ਗੋਲੀ ਨਹੀਂ ਚੱਲੀ ਜ਼ੁਲਮੋ ਬਰਬਰੀ ਜਿਹੜਾ ਨਾ ਰਾਜਾ ਚਾਹਲ ਇੰਡੀਆ 'ਚ ਉਸ ਨੂੰ ਬੰਦੇ ਬਹੁਤੇ ਮੋਏ ਜੇ ਲਾਸ਼ਾਂ ਲੱਭਦੀਆਂ ਹੀ ਨਾ ਲਾਸ਼ਾਂ ਜਾ ਕੇ ਨਾ ਬਾਹਰ ਜਵੇਦ ਸਾਹਿਬ ਸਹੀ ਇਨਸਾਫ ਹੋਵੇ ਅਦਾਲਤਾਂ ਹੋਣ ਜਿਹੜੇ ਬੰਦੇ ਨੇ ਬੇਗੁਨਾਹ ਫੜ ਕੇ ਡੱਕੇ ਨੇ ਜਿਹਨਾਂ ਦੇ ਸਾਹਮਣੇ ਬੰਦੇ ਮੋਏ ਨੇ ਉਹ ਬੰਦੇ ਜਿਹਨਾਂ ਜੋ ਬਾਹਰ ਅਮਨ ਸ਼ਹਾਦਤਾਂ ਹੋਣ ਅੱਲਾਹ ਪਾਕ ਦੀ ਕਸਮ ਹੈ ਸਾਰੇ ਕਰਨਲ ਬ੍ਰਿਗੇਡੀਅਰ ਜਨਰਲ ਸਜ਼ਾਏ ਮੌਤ ਸਿੱਧਾ ਐਲਾਨ ਵਾਲਾ ਕੰਮ ਹੈ। ਜਿਹੜੀ ਪੁਲਿਸ ਜਿੰਨੇ ਬੰਦੇ ਹਿੱਸਾ ਲਿਆ ਜਿਹਨੇ ਆਰਡਰ ਦਿੱਤਾ ਵਿੱਚ ਅੱਧੇ MPA ਅੱਧੇ MNA ਔਰ ਕਰਮ ਵਾਲੇ ਉਹ ਬੰਦੇ 12-13 ਨਹੀਂ ਮੋਏ ਬੰਦਾ 600-700 ਮੋਇਆ ਕਰਨ ਵਾਲੀ ਕਸਮ 600-700 ਬੰਦਾ ਮੋਇਆ ਜੇ ਇਹ 4-5 ਹਜ਼ਾਰ ਬੰਦਾ ਚੁੱਕ ਕੇ ਲੈ ਗਏ ਨੇ ਜਿਨ੍ਹਾਂ ਦੇ ਸਾਹਮਣੇ ਜ਼ੁਲਮੋ ਬਰਬਰੀਅਤ ਹੋਈ ਹੈ। ਇਹ ਦੁਨੀਆ ਦੀ ਤਾਰੀਖ ਇੱਕ ਵਾਹਿਦ ਕਹਾਣੀ ਲਿਖੀ ਗਈ ਹੈ। ਚਲੋ ਗੱਲ ਇਹ ਹੈ ਕਿ ਬੰਦੇ ਨੂੰ ਫੜ ਕੇ ਚੁੱਕ ਕੇ ਲੈ ਗਏ ਨੇ ਜਿਹੜੀਆਂ ਲਾਸ਼ਾਂ ਨੇ ਨਾ ਬਾਹਰ ਕੇ ਦੱਬੀਆਂ ਇਹ ਸਵੇਰੇ ਤੱਕਿਆ ਜੀ ਜਿਸਨੇ ਇਸਲਾਮਾਬਾਦ ਸੁਬਹ ਇੱਲਾ ਆਈਆਂ ਉਤੋਂ ਤੱਕਦੇ ਹੋ ਪਏ ਜੈ ਸਾਹਿਬ जी जी अच्छा गल सुनो, एक बड़ा अहम सवाल है। वो कहते ने कि ਜਿਹੜੇ PTI ਦੇ ਲੋਕ ਨੇ ਮੁਲਾਕਾਤ ਕਰਨਗੇ ਨੇ ਇਮਰਾਨ ਖਾਨ ਦੇ ਨਾਲ, ਤੁਸੀਂ ਸਮਝਦੇ ਜੇ ਕਿ ਉਹ ਸਹੀ ਖਬਰ ਬਾਹਰ ਆ ਕੇ ਦਿੰਦੇ ਨੇ ਜਿਹੜੀ ਅੰਦਰ ਕੋਈ ਗੇਮ ਹੁੰਦੀ ਜਾਂ ਉਹ ਵੀ 2 ਨੰਬਰ ਕੰਮ ਚੱਲਦਾ ਪਿਆ? ਜਵੇਦ ਸਾਹਿਬ ਜਿਹੜੇ ਬੰਦੇ ਨੇ ਹਲਾਲ ਦੇ ਆਪਣੇ ਬਾਪ ਦੇ ਜਿਹੜੇ ਮੁਖਲਸ ਨੇ ਇਮਰਾਨ ਖਾਨ ਨਾਲ ਜਾਂ ਜਿਹੜੇ ਮੁਲਕ ਨਾਲ ਮੁਖਲਸ ਨੇ ਜਿਹੜੇ ਇਨਸਾਨ ਦੇ ਬੱਚੇ ਨੇ ਉਹ ਜਾਂ ਡੱਕੇ ਨੇ ਜਾਂ ਰੂਪੋਸ਼ ਇਸ ਵੇਲੇ 14 ਸੂਬੇ ਦੇ ਜਿਤਨੇ MPA ਤੇ ਜਿੰਨੇ MNA ਜੇ ਇਮਰਾਨ ਖਾਨ ਦੇ ਨਾਂ ਤੇ MPA ਤੇ MNA ਬਣੇ ਜਿਨ੍ਹਾਂ ਕੋਲ ਖੁਸ਼ ਗਈਆਂ ਨੇ ਜਾਂ ਜਿਹੜੀਆਂ ਲੈ ਕੇ ਪਿੱਲੇ ਅੰਦਰ ਬੈਠੇ ਨੇ ਪਾਰਲੀਮੈਂਟ 'ਚ ਭਾਵੇਂ MNA ਭਾਵੇਂ MPA ਨੇ ਜਾਂ ਜਿਹੜੇ ਸੈਨੇਟਰ ਬਣੇ ਨੇ ਇਹ ਆਪਣੇ ਬਾਪ ਦੇ ਨਹੀਂ ਇੱਕ ਵੀ ਇਮਰਾਨ ਖਾਨ ਨਾਲ ਮੁਖਲਸ ਨਹੀਂ ਨਾਲ ਕੌਮ ਨਾਲ ਇਹ ਤੇ ਸ਼ੁਕਰ ਖੁਦਾ ਦਾ ਕਰੋ ਕਿ ਇਹ ਤੁਹਾਡੇ ਵਰਗੇ ਬੰਦੇ ਹਨ ਸੋਸ਼ਲ ਮੀਡੀਆ ਜਿਹੜਾ ਸੱਚ ਬੋਲਦਾ ਪਿਆ ਲੋਕਾਂ ਨੂੰ ਖਬਰ ਮਿਲਦੀ ਹੈ ਵੀ ਵਰਨਾ ਜਿਹੜਾ ਪਾਕਿਸਤਾਨ 'ਚ ਮੀਡੀਆ
ਦੇਖੋ ਨਾ, ਉਹਨਾਂ ਦਾ ਐਸ ਨੇ ਜਿਹੜੇ ਪਿੰਡੇ ਨੇ, ਅੱਲਾਹ ਤਾਲਾ ਮਾਫੀ ਦੇ ਪੂਰੀ ਦੁਨੀਆ ਦੇ ਮੰਨੇ ਪਾਕਿਸਤਾਨ ਤੇ ਮੁਸਲਤ ਕੀਤੇ ਗਏ ਨੇ ਪਲਾਨ ਦੇ ਤਹਿਤ। ਉਹਨਾਂ ਦਾ ਦੌਲਤ ਤੇ ਕਬਜ਼ਾ, ਖਜ਼ਾਨਾ ਉਹਨਾਂ ਦੇ ਕਾਬੂ ਆਏ ਹੈ, ਫੌਜ ਉਹਨਾਂ ਦੇ ਕਾਬੂ ਆਈ ਹੈ, ਗੱਡੀਆਂ ਉਹਨਾਂ ਦੇ ਕਾਬੂ ਆਈਆਂ ਨੇ, ਪੂਰੇ ਮੁਲਕ ਦੇ ਵਸਾਇਲ ਕੁਝ ਉਹਨਾਂ ਡਰਾ ਰਹੇ ਨੇ, ਕੁਝ ਉਹਨਾਂ ਖਰੀਦ ਰਹੇ ਨੇ। ਲੇਕਿਨ ਅੱਲਾਹ ਤਾਲਾ ਹੈ ਨਾ ਉੱਥੇ, ਉਹ ਬੜਾ ਬੇਪਰਵਾਹ ਹੈ। ਇਹ ਜੋ ਮਰਜ਼ੀ ਹੈ ਪੇ ਕਰਨ, ਇਹ ਹੁਣ ਦਬਾ ਨਹੀਂ ਸਕਦੇ, ਕਿਉਂਕਿ ਪਹਿਲਾਂ ਇਹਨਾਂ ਦਾ ਮੁਕਾਬਲਾ ਹੁੰਦੇ ਆ ਆਪੇ ਚ ਦੋ ਹੀ ਪਾਰਟੀਆਂ, ਦੋਵੇਂ ਕੰਜਰ ਦਾ ਮਸਲਾ ਸਰਦਾਰੀ ਵੀ ਜੋ ਵੀ ਉਹਦੇ ਵੀ ਪੁੱਟਾਂ ਦੇ ਵੀ ਨਾਲ ਕੇ ਹਿੰਦੂ ਹੈ, ਇਹਨਾਂ ਦੇ ਵੀ, ਇਹਨਾਂ ਦਾ ਨਸਲ ਦਾ ਪਤਾ ਹੀ ਕੋਈ ਨਹੀਂ ਹੈ, ਕੌਣ ਇਹਨਾਂ ਦਾ ਬਾਪ ਕਿਹੜਾ ਕਿਹੜਾ ਨਹੀਂ। ਪੁੱਟਾਂ ਵੀ ਪਤਾ ਹਿੰਦੂ ਨਹੀਂ, ਮਾਂ ਦਾ ਪੁੱਤਰ ਹੈ, ਉਹਦਾ ਨਾਮ ਹੀ ਹਿੰਦੂ ਵਾਲਾ ਹੈ। ਪਹਿਲਾਂ ਇਹ ਹੁੰਦੇ ਆ ਇੱਕ ਪਾਰਟੀ ਨੂੰ ਫਸਦੇ, ਦੂਜੀ ਚੋਰ ਹੁੰਦੀ ਅਰਬਾਂ ਖਰਬਾਂ ਦੀ, ਉਹ ਬੋਲਦੀ ਨਹੀਂ ਆਈ। ਹੁਣ ਬਾਅਦ ਪਹਿਲਾ ਮਸਲਾ ਕਿ ਜਿਤਨੇ ਪਾਕਿਸਤਾਨ ਦੇ ਹਰਾਮੀ ਨੇ ਉਹ ਇੱਕ ਪਾਸੇ ਨੇ, ਇੱਕ ਬੰਦਾ ਹੀ ਹੈ ਇਮਰਾਨ ਖਾਨ, ਨਾ ਤਾਂ ਕੋਈ ਇੱਕ ਅੰਨ ਦੀ ਚੋਰੀ ਕੀਤੀ ਹੈ, ਨਾ ਉਹ ਕੌਮੀ ਮੁਜਰਮ ਹੈ। ਇਹ ਜਾਹਿਲ ਹਰਾਮੀ ਤਿੰਨੇ ਸਾਰੇ ਪ੍ਰੋਬਲਮ ਹੈ ਯਕੂਬ ਸਾਹਿਬ, ਇਹੀ ਤੇ ਪ੍ਰੋਬਲਮ ਹੈ ਕਿ ਉਹਨੇ ਚੋਰੀ ਕਿਉਂ ਨਹੀਂ ਕੀਤੀ। ਉਹ ਅਗਰ ਚੋਰ ਹੁੰਦਾ ਤੇ ਜੇਲ੍ਹ ਚ ਨਹੀਂ ਸੀ ਹੋਣਾ ਨਾ, ਤੇ ਉਹ ਇਹੀ ਤੇ ਲੜਾਈ ਚੱਲਦੀ ਪਈ ਹੈ। ਮੈਂ ਕਰਨਾ, ਉਹਨੇ ਮਾਲ ਚੋਰੀ ਨਹੀਂ ਕੀਤੀ, ਕਤਲ ਨਹੀਂ ਕੀਤੀ, ਮੁਲਕ ਦੁਸ਼ਮਣ ਨਹੀਂ। ਦੂਜੀ ਵੱਡੀ ਬਿਮਾਰੀ ਹੈ ਕਿ ਉਹ ਤਾਲੀਮ ਯਾਫਤਾ, ਉਹ ਪੜ੍ਹਿਆ ਲਿਖਿਆ ਬੰਦਾ, ਉਹਨੂੰ ਉਹ ਖਾਲੀ ਪਾਕਿਸਤਾਨ ਦਾ ਹੀਰੋ ਨਹੀਂ, ਪੂਰੀ ਦੁਨੀਆ ਦਾ ਹੀਰੋ ਹੈ। ਦੂਜਾ ਜਿਸ ਜਵੇਦ ਸਾਹਿਬ, ਮੈਂ ਤੁਹਾਨੂੰ ਦੱਸਾਂ, ਜਦੋਂ ਦੀ ਦੁਨੀਆ ਬਣੀ ਔਰ ਜਦੋਂ ਦੁਨੀਆ ਖਤਮ ਹੋਣੀ ਹੈ, ਆਰਾਮੀ ਵੀ ਰਹਿਣੇ ਨੇ, ਹਲਾਲੀ ਵੀ ਰਹਿਣੇ ਨੇ, ਮੁਜਾਹਿਦ ਵੀ ਰਹਿਣੇ ਨੇ। ਉਸ ਬੰਦੇ ਨੇ, ਉਹਦਾ ਈਮਾਨ ਜਾਗ ਪਿਆ, ਉਹਨੇ ਦੁਨੀਆ ਦੀ ਆਰ ਖੁਸ਼ੀ ਤੱਕ ਲਈ ਹੈ, ਦੌਲਤ ਤੱਕ ਲਈ ਹੈ, ਅਰੂਜ ਤੱਕ ਰਿਹਾ, ਉਹਨੇ ਮੁਲਕ ਵਾਸਤੇ ਕੰਮ ਕਰਨਾ ਚਾਹਿਆ। ਇਹ ਹੁਣ ਜਿਹੜੀ ਇਹਨਾਂ ਨੂੰ ਇੱਕ ਤਕਲੀਫ ਨਹੀਂ, ਇਹ ਵੀ ਚਾਹੇ ਇਹ ਤੇ ਪੰਜ ਜਮਾਤਾਂ ਪੜ੍ਹੇ ਨੇ, ਭਾਵੇਂ ਜਨਰਲ ਨੇ, ਭਾਵੇਂ ਬ੍ਰਿਗੇਡੀਅਰ ਨੇ, ਭਾਵੇਂ MP ਹੈ, ਭਾਵੇਂ MN, ਰਿਸ਼ਵਤ ਦੇ ਕੇ ਇਹ ਕੰਜਰ ਖਾਨਦਾਨ ਨਵਾਜ਼ ਸ਼ਰੀਫ ਹੋ ਗਿਆ, ਸ਼ਬਾਜ਼ ਸ਼ਰੀਫ ਜ਼ਰਦਾਰੀ, ਇੱਕ ਦਾ ਮੁੰਡਾ ਹੁਣ ਇਹ ਜਿਹੜਾ ਜਿਹੜਾ ਬਰਸਟਰ ਗੋਇਲ ਜਿਹਨੂੰ ਆਖਦੇ ਨੇ, ਮੈਂ ਉਹਨਾਂ ਨਾਲ ਬਰਸਟਰ ਗੋਬਰ, ਔਰ ਸਭ ਤੋਂ ਵੱਡਾ ਹਰਾਮੀ ਪਿੱਲਾ ਉਹ ਹੈ। ਸਭ ਤੋਂ ਵੱਡੇ ਤਰੇ ਪਿੱਲੇ ਨੇ, ਇੱਕ ਸ਼ੇਰੂ ਮਰਦੂਦ, ਕਦੇ ਉਹਨੂੰ ਕਰੋਨਾ ਹੋ ਜਾਂਦਾ, ਕਦੇ ਉਹਨੂੰ ਜ਼ਹਿਰ ਦਿੱਤਾ ਜਾਂਦਾ, ਕਦੇ ਪਤਾ ਨਹੀਂ ਕਿਹੜੇ ਕੱਪੜੇ ਪਾ ਕੇ ਫੋਟੋ ਬਾਹਰ ਖਿਚਵਾਉਂਦਾ, ਕਦੇ ਯਕਦਮ ਹਾਰਨ ਬਣ ਜਾਂਦਾ ਹੈ। ਇੱਕ ਉਹ ਬੰਦਾ ਜਿਤਨੀ KPL ਕਿਹੜੀ ਦੱਸੀਏ ਤੁਹਾਨੂੰ, ਅਲੀ ਮੁਹੰਮਦ ਇਹਦੀ ਛਾਂਡੇ ਮਾਰਦਾ ਵਾਲਾ ਨੂੰ ਇੰਜ ਅਸੀਂ ਦਾਦੀਏ ਤੇ ਕਹਿੰਦੇ ਸ਼ੋਰੇ, ਉਹ ਸ਼ੋਰ ਹੈ, ਉਹ ਵੀ ਜਿੱਦ ਭਰੇ ਵਾਲ ਛੱਡਦਾ, ਗੱਡੀ 'ਚ ਬੰਦ ਹੈ, ਕਿਤੇ ਉਹ ਨਾਈਏ ਕੋਲ ਬੈਠੇ, ਸ਼ੇਰੂ ਮਰਜ਼ੂਦ ਤੱਕ ਲੋ, ਕੈਸਰ ਪੀਆ ਤੱਕ ਲੋ, ਉਮਰ ਅਯੂਬ ਤੱਕ ਲੋ, ਕਰਮਾ ਲੋ, ਜਿਹੜਾ ਬਰਸਟਰ ਗੋਬਰ ਹੈ, ਉਹ ਕਿਸੇ ਮੇਰੇ ਮੂੰਹ ਜੀ ਗੰਡਾਪੁਰੀ, ਅਰੇ ਮਰ ਗਾਂਡਾਪੁਰ, ਉਹ ਗਾਂਡਾਪੁਰ ਹੈ, ਗਾਂਡਾਪੁਰ ਵੀ ਗਾਂਡਾਪੁਰ ਹੈ, ਉਹ ਬੜਾ ਵੱਡਾ ਬਗੈਰ ਝੂਠਾ ਮੱਕਾਰ। ਇਹ ਜਿਤਨੇ ਨੇ ਯਕੀਨ ਕਰ ਲਓ, ਇੱਕ ਮੁਰਾਦ ਸਈਦ ਜਾਂ ਇੱਕ ਮੁੰਡਾ ਹੋਰ ਜਿਹਦੀ ਉਹਨਾਂ ਕੋਠੀ ਤਾਂ ਆਈ ਹੈ, ਜਿਹੜਾ ਪਠਾਨ ਉੱਥੇ ਆ, ਉਹ ਇਲਾਕਾ ਗੈਰ 'ਚ ਇਹਨਾਂ ਦੇ ਕਾਬੂ ਨਹੀਂ ਪਿਆ ਹੁੰਦਾ। ਉਹਨਾਂ ਤੋਂ ਇਲਾਵਾ ਜਿਹੜੇ ਬੰਦੇ 5-7 ਲਾਹੌਰ ਦੇ ਡੱਕੇ ਨੇ, ਤੁਹਾਨੂੰ ਪਤਾ ਸਾਰੇ ਨਾਲ ਹੀ ਟਾਈਮ ਨਹੀਂ ਹੁੰਦਾ, ਕੋਈ ਚੰਦ ਔਰਤਾਂ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਬਰਾਬਰ ਡੱਕੀਆਂ ਨੇ। ਉਹ ਇਧਰ ਜਿਹੜਾ ਬੰਦਾ ਇਮਰਾਨ ਖਾਨ ਨਾਲ ਮੁਖਲਸ ਹੈ, ਜਿਹੜਾ ਨਹੀਂ ਰੱਖਦਾ ਪਿਆ, ਜਿਹੜਾ ਪਾਕਿਸਤਾਨ ਨਾਲ ਲਾਇਰ ਹੈ, ਉਹ ਜਵੇਦ ਸਾਹਿਬ ਇਸ ਵੇਲੇ ਜਿਹੜੇ ਤਾਬ ਹੈ ਅੰਦਰ ਹੈ। ਲੇਕਿਨ ਇਨਸ਼ਾਅੱਲਾ ਆ ਦਿਨ ਭਾਈ, ਜਦੋਂ ਰਾਤ ਕਿੱਡੀ ਵੱਡੀ ਵੀ ਹੋਵੇ ਨਾ, ਆਹ ਸੁਬਹ ਤਲੂ ਹੁੰਦੀ ਹੈ ਕਿ ਨਹੀਂ ਹੁੰਦੀ? ਤਲੂ ਸੁਬਹ ਹੋਣੀ ਹੈ। ਜਿੰਨੇ ਇੱਕ ਮਾਂ ਨੇ ਜੰਮਿਆ ਸ਼ੌਕਤ ਖਾਨ ਨੂੰ ਇਮਰਾਨ, ਅਗਰ ਉਹ ਨਾ ਇਮਰਾਨ ਖਾਨ ਜੰਮਦੀ, ਅੱਜ ਪੂਰੇ ਪਾਕਿਸਤਾਨ ਦੇ ਹਰਾਮ ਦੇ ਜ਼ਾਹਿਰ ਲਈ ਜਿਤਨੇ ਹਰਾਮੀ ਹੈ ਪਿੱਲੇ ਸਭ ਨੰਗੇ ਹੋ ਗਏ ਨੇ। ਪਹਿਲੇ ਨੰਬਰ ਤੇ ਜੇ ਕੌਮ ਦੀ ਗਲਤ ਹੁੰਦੀ, 8-9 ਇਲੈਕਸ਼ਨ ਹੋਇਆ ਫਰਵਰੀ ਨੂੰ, ਇਹਨਾਂ ਸਾਰਾ ਇਲੈਕਸ਼ਨ ਆਸਵੇ ਪਿੱਲੇ ਨੇ ਚੋਰੀ ਕੀਤਾ, ਪੂਰਾ ਇਲੈਕਸ਼ਨ। ਛੋੜ ਦਿਓ, ਉਹ ਸਭ ਨੂੰ ਪਤਾ। ਮੈਨੂੰ ਇਹ ਦੱਸੋ ਕਿ ਏਡਾ ਵੱਡਾ ਜ਼ੁਲਮ ਹੋਇਆ ਔਰ ਇੱਕ ਮੌਲਵੀ ਵੀ ਆ ਕੇ ਨਹੀਂ ਬੋਲਿਆ, ਚਾਹੇ ਉਹ ਜਿਹੜੀ ਸਲਾਮਤੀ ਕੌਂਸਲ ਹੈ ਉਹਦਾ ਮੈਂਬਰ ਹੈ ਜਾਂ ਕੋਈ ਔਰ ਮੌਲਵੀ ਜਾਂ ਜਮਾਤ ਇਸਲਾਮੀ ਹੈ, ਇੱਕ ਬੰਦੇ ਨੇ ਆ ਕੇ ਵੀ ਇੱਥੇ ਐਸੀ ਗੱਲ ਨਹੀਂ ਕੀਤੀ ਕਿ ਇਹ ਜ਼ੁਲਮ ਹੋਇਆ ਪਾਕਿਸਤਾਨ 'ਚ ਔਰ ਇਹ ਨਹੀਂ ਸੀ ਹੋਣਾ ਚਾਹੀਦਾ। ਤੁਸੀਂ ਕਹਿੰਦੇ ਜੇ ਕਿ ਪਾਕਿਸਤਾਨ ਦੇ ਵਿੱਚ ਇਹ ਇਸਲਾਮ ਦੇ ਨਾਮ ਤੇ ਲਿਆ ਗਿਆ ਪਾਕਿਸਤਾਨ, ਸਾਰੇ ਮੁਸਲਮਾਨ ਨੇ, ਇਹ ਮੌਲਵੀਆਂ ਨੇ ਕੀ ਤਰਬੀਅਤ ਕੀਤੀ? ਨਾ ਮੌਲਵੀ ਬੋਲੇ, ਨਾ ਕੋਈ ਮੁਫਤੀ ਬੋਲਿਆ, ਨਾ ਕੋਈ ਪੀਰ ਬੋਲਿਆ, ਨਾ ਕੋਈ ਫਕੀਰ ਬੋਲਿਆ, ਨਾ ਕੋਈ ਧਮਾਲ ਪਾਉਣ ਵਾਲਾ ਬੋਲਿਆ, ਨਾ ਕੋਈ 11ਵੀਂ ਵਾਲਾ ਬੋਲਿਆ, ਨਾ ਕੋਈ 12ਵੀਂ ਵਾਲਾ ਬੋਲਿਆ। ਕੀ ਵਜ੍ਹਾ ਹੋਈ? ਮੈਂ ਤੁਹਾਨੂੰ ਜਵੇਦ ਸਾਹਿਬ ਦੱਸਣਾ, ਆਵਾਮ ਜਾਣ ਦੇਣਾ ਜੇ ਪੂਰਾ ਮੇਰੀ ਲਫ਼ਜ਼ ਇੱਕ ਨਹੀਂ ਕੱਟਣਾ। ਮੈਂ ਤੁਹਾਡੇ ਅੱਜ
ਜੇ ਤੁਸੀਂ ਕਹਿੰਦੇ ਮਜਬੂਰ ਤੇ ਮੈਂ ਸੱਚੀ ਗੱਲ ਕਰਨਾ, ਮੈਂ ਉਲਮਾਏ ਕਰਾਮ ਦੀ ਬੜੀ ਇੱਜ਼ਤ ਕਰਦੇ ਆ। ਅੱਜ ਮੈਂ ਮਜਬੂਰ ਹੋ ਕੇ ਬੋਲਣ ਲੱਗਾ ਪੂਰੀ ਗਾਲ ਨਾ ਕੱਢਿਓ, ਫਿਰ ਨਹੀਂ ਮੈਂ ਕੱਟਾਂਗਾ। ਪਾਕਿਸਤਾਨੀ ਅੱਗੇ ਚਵਾਂ ਸੂਬਿਆਂ 'ਚ ਕਿਸੇ ਮੌਲਵੀ ਨੂੰ 2 ਰੁਪਏ ਨਾ ਦਿਓ, ਨਾ ਯੂਰਪ 'ਚ ਅਮਰੀਕਾ ਤੋਂ ਲੱਗ ਕੇ ਤੋੜ ਪਾ ਕਿਸੇ ਮੌਲਵੀ ਨੂੰ 5 ਰੁਪਏ ਨਾ ਦਿਓ, ਕਿਸੇ ਮੌਲਵੀ ਨੂੰ ਰੋਟੀ ਨਾ ਦਿਓ ਪਕਾ ਕੇ। ਬਿਲਕੁਲ ਦੁਆਈ ਖੋਲ ਜਿਹੜੇ ਥੱਕੇ ਮੌਲਵੀ ਨੇ ਮਾਲਿਸ਼ ਉਹਦੇ ਜਿਹੜੇ ਖਾਲੀ ਕੁਰਾਨ ਪੜ੍ਹੇ ਹੈ, ਮਦਰਸੇ ਬੱਚਿਆਂ ਨੂੰ ਸਬਕ ਦਿੰਦੇ ਨੇ ਤੁਹਾਨੂੰ ਮਾਰ, ਉਹਨਾਂ ਨੂੰ ਤਨਖਾਹ ਦਿਓ। ਜਿਹੜੇ ਨੇ ਬੜੇ ਬੜੇ ਡਰਾਮੇਬਾਜ਼, ਮੈਂ ਇੱਕ ਮੌਲਵੀ ਹੈ ਨਾਮ ਨਾ ਲਿਓ, ਵੈਸੇ ਹੀ ਦੱਸ ਦਿਓ। ਮੈਂ ਨਾਂ ਨਹੀਂ ਲੈਣ ਲੱਗਾ, ਮੇਰੇ ਮਸਲਕ ਦਾ ਬੰਦਾ ਉਹ। ਮੈਂ ਉਹਨਾਂ ਅੱਗੇ ਅਰਜ਼ ਕੀਤੀ ਵੀ ਮੌਲਵੀਆਂ ਦੀ ਕੀ ਹਾਲਤ ਹੈ, ਕਿਉਂ ਨਹੀਂ ਬੋਲਦੇ ਵੀ? ਪੂਰੇ ਪਾਕਿਸਤਾਨ ਦੇ ਮੌਲਵੀਆਂ ਨੂੰ ਸੱਪ ਸੁੰਘ ਗਏ ਹੈ, ਘੜੀਆਂ ਨਵੀਆਂ ਪਾਉਂਦੇ ਨੇ, ਕੈਮਰੇ ਸਾਹਮਣੇ ਆ ਕੇ ਨੱਚਦੇ ਨੇ, ਕਿਸੇ ਕਾਲੀ ਪੱਗ ਬੰਨੀ ਹੈ, ਕਿਸੇ ਹਰੀ ਬੰਨੀ ਹੈ, ਕਿਸੇ ਨਫਾਰੀ ਬੰਨੀ ਹੈ, ਕਿਸੇ ਚਿੱਟੀ ਬੰਨੀ ਹੈ, ਕਿਸੇ ਟੋਪੀ ਪਾਈ ਹੈ। ਸਾਨੂੰ ਆਦੇ ਨੇ ਘੜੀਆਂ ਜੋ ਚਮੜੇ ਦੀਆਂ ਪਾਓ, ਆਪੂ ਸੋਨੇ ਦੀ ਤਕਰੀਰ ਕਰਦੇ ਨੇ, ਸੋਨੇ ਦੀ ਬਾਰ ਬਾਰ ਚੈਨ ਦੱਸਦੇ ਨੇ। ਯਕੀਨ ਕਰੋ ਜਵੇਦ ਸਾਹਿਬ, ਮਨੂ ਨਾ ਬਜ਼ੁਰਗਾਂ ਨੇ ਕੰਮ ਕੀਤਾ। ਇਰਾਕ, ਸ਼ਾਮ, ਮਿਸਰ, ਫਲਸਤੀਨ, ਪੂਰੀ ਦੁਨੀਆ 'ਚ ਯਜ਼ੀਦ ਦਾ ਮੁਕਾਬਲਾ ਸਾਰੇ ਜਨਾਬ ਉਹਨਾਂ ਲੱਗੇ ਜੀ। ਇੱਥੇ ਇਹਨਾਂ ਮੁਨਾਫਕਾ ਕੰਮ ਕੀਤਾ, ਐਸੇ ਮੁਸਲਮਾਨਾਂ ਮਾਰ ਕਰਦੀ, ਇੱਥੇ ਇਹ ਕੰਮ ਕੀਤਾ, ਇੱਥੇ ਉਹਨਾਂ ਪੂਰੀ ਉੱਥੇ ਸ਼ੁਰੂ ਕਰਕੇ ਨਾ ਮੈਨੂੰ ਕਰਬਲਾ ਤੂੰ ਤੇ ਲਿਆ ਕੇ ਤੇ ਉਹਨਾਂ ਮੈਨੂੰ ਇਸਲਾਮਾਬਾਦ ਖਲਵਾ ਛੜਿਆ। ਉਹਨਾਂ ਬਿਲਕੁਲ ਨਹੀਂ ਆਖਿਆ। ਹਜ਼ਰਤ ਅਲੀ ਸ਼ੇਰ ਖੁਦਾ ਵੀ ਆਏ ਨੇ, ਹਜ਼ਰਤ ਉਸਮਾਨ ਗਨੀ ਜ਼ੁਲਨੁਰੈਨ ਵੀ ਆਏ ਨੇ, हजरत अबू बकर सदीक भी आए ने, खातम नबीयीन भी आए ने, जंगा लड़ियां ने, 300 बंदे ने 10,000 से फतह हासिल की है, पर उन्हें जाना दी ने, जहाज किया, उन्हें मक्का आजाद कराया, उन्हें मदीना आजाद कराया, उन्हें सऊदी अरब तो लगे हजूर पाक पैदा होने मक्के शरीफ से। मैं उस घर की हज़ार दफा याद करके मैं रहा काज क्या मैं नौकरी साल की है, मैं हर जुमराती खाने का बयान दिया जिवेद साहब। ਤੇ ਅੱਜ ਤੋੜ ਜਿੱਥੇ ਸੂਰਜ ਡੁੱਬਦਾ ਚੱਲਦਾ ਉੱਥੋਂ ਤੱਕ ਇਸਲਾਮ ਹੈ। ਕਿਉਂ ਇਸਲਾਮ ਫੈਲਿਆ? ਕੋਈ ਇਸਲਾਮ ਨੇ ਜੰਗਾਂ ਕੀਤੀਆਂ? ਜੰਗਾਂ ਸਿਰਫ ਸਊਦੀਆ ਚ ਅਰਬਾਂ ਚ ਹੋਈਆਂ ਨੇ, ਬਾਕੀ ਇਸਲਾਮ ਸਾਰਾ ਚਾਈਨਾ ਨੇ। ਸਊਦੀ ਅਰਬ ਨੂੰ ਨਹੀਂ ਪਤਾ ਕਿ ਉੱਥੇ ਬੰਦੇ ਮਰ ਗਏ ਨੇ? ਉਹਨਾਂ ਦਾ ਕੋਈ ਸ਼ਹਿਜ਼ਾਦਾ ਨਹੀਂ ਬੋਲਿਆ ਸੋ ਕੀ ਵਜ੍ਹਾ? ਉਹਨੇ ਨਹੀਂ ਕੋਈ ਕਿਹਾ ਬੜਾ ਜ਼ੁਲਮ ਹੋਇਆ, ਜਾਂ ਦੁਬਈ ਦੇ ਕਿਸੇ ਸ਼ਹਿਜ਼ਾਦੇ ਨੇ ਜਾਂ ਉੱਥੇ ਦੇ ਕਿੰਗ ਨੇ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ? जवेद साहब, नबी पाक ने फरमाया, साहबिया सुनने की या रसूलल्लाह का जिसे बड़ा बुरा वक्त आवेगा इस्लाम से, एक वक्त आना आए अगू हो रही है, बहुत बुरा आना ही है। एक केड़ा बंदा जेड़ा इस्लाम वास्ते जान देगा या हिफाजत करेगा? तो सरकार ने सऊदिया का नाम नहीं लिया, ना दुबई का, ना कतर का, ना बहरीन का, ना मिस्र का। सरकार ने फरमाया जेड़े बैतुल मुकद्दस के चमू पासे होंगे, सुनते मेरी गल पे, चमू पासे लबनान ते फलस्तीन जे हिजबुल्ला ते थोड़ी जी नुकड़ लगती है शाम की, बाकी सारे अरब, ये सारे नबी पाक ने फरमाया इन्होंने वास्ते बुराई है, ये बदी का मरकज ने। जो कुछ होंगे तो दुबई या सऊदी जेडे मंदिर बनते हैं, डांस पे होंगे हैं, सैमे बनते हैं, फिर नबी पाक क्यों नहीं फरमाया? जो नबी पाक फरमा के ना सच चुक लेना, जेड़ा उठना है जिन्हें दुनिया मौलवियां नो की फरमाया? जेडे मौलवियां दा तुसी कह रहे इन्हां नो की फरमाया उन्होंने? सारे पाकिस्तान के मौलवियां ने। हाँ, इन्हों का ना ही ना लो, कि इन्हों का ना लेंदे हो? मैं तो तुहाडे अगे अर्ज कीती है ना, पर मैं पूरे पाकिस्तान आखिर ते एक सवाल है कि जिद्दां तुहानू खबर मिली तुसी कितनी तकलीफ उठाई, रात सो सके या सुबह सुकून दे नाल बैठे? तुसी ते बीमार बंदे जी। यकीन करो जवेद साहब, मैं तकदिया पे लाइव प्रोग्राम जिस वेले इस्लामाबाद डी चौक बंदे पहुंचे ने, पहला तो खुदा गर्क करे अपने प्यारे हबीब दे सदके जितने जी बन के बैठे ने, वो अपने बाप दे नहीं जे बह के तनखा लेंदे ने। मैं तरीके नाल गल करना समझ आएगी सारी पूरी पाकिस्तानी कौम, जेड़ा आराम दी कमाई खांदा किसी तरीके नाल। साडे दे वलियां ने जेड़े साडे अजीम हस्तियां होईयां ने जी। किन्ने के लोग वैसे हराम दी कमाई पाकिस्तान खांदे ने? अवाम भी खांदी है या अवाम रिज़्क हलाल खा रही? कोई हलाल नहीं खा रहा जी, जेड़ा नहीं जिहदा हथ नहीं है पैंदा पिया, ये सब कदरे जुस्सा पूरी कौम जिथे कोई बैठे है इस वे पाकिस्तान हरामो हराम जे दुआई खुदा दी। ए मौलवी जे सब तो वड्डा मांडा ये मारते जे, आखदे ने अज पीरां नूं कब्ज़ होई है, अज पीरां नूं जलाब लग गए ने, अज पीरां मिस्र मदद कर जानी है, अज फलानी थां जानी है। अल्लाह दी कसम जेड़ा इन्हां नाल सलाम लै पैंदा उहदी जान ही नहीं छड्डदे, ओह फस जांदा है।
ਸੁਣਦੇ ਮੇਰੀ ਗੱਲ ਤੇ? ਲੇਕਿन ਉਹ ਜੇ ਨਾ ਇਹਨਾਂ ਨੂੰ ਤੁਸੀਂ ਕਹਿੰਦੇ ਪੈਸੇ ਨਾ ਦਿਓ, ਇਹਨਾਂ ਨੂੰ 10 ਰੁਪਏ ਨਾ ਦਿਓ, 20 ਰੁਪਏ ਨਾ ਦਿਓ, ਪਹਿਲੇ ਤੇ 10-20 ਦੇ ਚੱਕਰ 'ਚ ਨਹੀਂ ਹੁੰਦੇ। ਦੂਜਾ ਉਹ ਫਿਰ ਕਹਿ ਦਿੰਦੇ ਤੁਹਾਡਾ ਨਿਕਾਹ ਟੁੱਟ ਗਿਆ ਵਾ, ਤੁਹਾਡਾ ਜਨਾਜ਼ਾ ਨਹੀਂ ਜਾਇਜ਼। ਮੈਂ ਉਹ ਹੀ ਤਿਆਰ ਕਰਨਾ ਪਿਆ। ਮੈਂ ਤੁਹਾਡੇ ਸਾਹਮਣੇ ਪ੍ਰੋਗਰਾਮ ਨਹੀਂ, ਤੁਸੀਂ ਪੂਰੇ ਪਾਕਿਸਤਾਨ ਨਹੀਂ ਸੁਣਨਾ। ਮੈਂ ਹਾਲੇ ਜਿਸ ਮੌਲਵੀ ਨੂੰ ਸ਼ੱਕ ਹੈ ਮੈਨੂੰ ਫੋਨ ਕਰ ਲੈ, ਮੇਰੇ ਨਾਲ ਗੱਲ ਕਰ ਲੈ। ਇਹ ਮੌਲਵੀਆਂ ਦਾ ਕਿਰਦਾਰ ਜ਼ਾਹ ਤੇ ਕਰਦੇ ਨੇ, ਮੌਲਵੀ ਦੁਨੀਆ ਤੋਂ ਤੁਰ ਗਏ ਨੇ। ਸਿਰਫ ਗੱਲ ਇਹ ਹੈ ਕਿ ਉਹਨਾਂ ਦਾ ਨਾਂ ਪਿੱਛੇ ਰਹਿ ਗਿਆ। ਜਿਹੜੇ ਇਸ ਵੇਲੇ ਪਾਕਿਸਤਾਨ ਜਦੋਂ ਤੱਕੀ ਉਸਮਾਨੀ ਵਰਗੇ ਬੰਦੇ ਇੱਕ 2 ਟਕੇ ਦੇ ਗੁੰਡੇ ਨੂੰ ਜਿਹੜਾ ਪੁਲਿਸ ਮੁਜਰਮ ਜਾਂ ਡੱਕੇ ਦੇ ਥਾਣੇ ਚੋਰ ਚੱਕਾ, ਉਹਨੂੰ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਤਸ਼ਬੀਹ ਦੇ ਦੇ ਨੇ। ਪਿੱਛੇ ਹੋਰ ਕਿਹੜਾ ਮੌਲਵੀ ਜੇ? ਚਲੋ ਅੱਜ ਕੋਈ ਤਬੀਅਤ ਸੈੱਟ ਹੋਈ ਹੈ ਪ੍ਰੋਗਰਾਮ ਕਰਕੇ? 1-2 ਮਿੰਟ ਦਿਓ, ਮੈਂ ਆਖਰੀ ਗੱਲ ਕਰਨੀ ਹੈ। ਜਿਤਨੇ ਤੁਸੀਂ MP MLA ਜਿਹੜੇ ਇਮਰਾਨ ਖਾਨ ਦੇ ਨਾਂ ਤੇ MP MLA ਹੋ ਜਾਂ ਸੈਨੇਟਰ ਬਣੇ ਹੋ, ਤੁਹਾਡੇ ਤੇ ਖੁਦਾ ਦੀ ਲਾਨਤ। ਔਰ ਮੈਂ ਦੁਆ ਕਰਨਾ ਯਾ ਬਾਰੀ ਤਾਲਾ ਤੁਹਾਡੇ ਤੇ ਖੁਦਾ ਦਾ ਅਜ਼ਾਬ ਨਾਜ਼ਿਲ ਹੋਵੇ। ਦੂਜਾ ਮੈਂ ਇਹ ਕਹਿਣਾ, ਤੁਹਾਨੂੰ ਖੁਦਾ ਵੀ ਮਾਫ ਨਹੀਂ ਕਰਨਾ, ਇਹ ਕੌਮ ਵੀ ਮਾਫ ਨਾ ਕਰੇ। तमाम यूनिवर्सिटी मुड़िया के ਜਿਹੜੇ ਹਾਲਾਦੀ ਪਾਕਿਸਤਾਨੀ ਆਵਾਮ ਨੇ ਜਿਤਨੇ ਇਸ ਵੇਲੇ ਭਾਵੇਂ ਪੀਪਲ ਪਾਰਟੀ ਦੇ ਨੇ, ਭਾਵੇਂ ਨੋਨ ਲੀਗ ਦੇ ਨੇ, ਭਾਵੇਂ ਐਮਕੇਐਲ ਜਿਹੜੇ ਪੁਰਾਣੇ ਫਰੈਂਡੂ ਦੇ ਨੇ, ਇੱਕ ਬੰਦੇ ਨੂੰ ਵੋਟ ਨਾ ਦਿਓ। ਮੈਂ ਬਿਮਾਰ ਬੰਦਾ ਪਤਾ ਨਹੀਂ ਤੁਹਾਡੇ ਵੋਟਾਂ ਨਾਲ, ਮੇਰੀ ਗੱਲ ਸੁਣੋ, ਤੁਹਾਡੇ ਵੋਟਾਂ ਨਾਲ ਗਵਰਨਮੈਂਟ ਬਣਦੀ ਹੈ, ਵੋਟ ਨਾ ਦਿਓ ਦੇ ਦਿਓ, ਕੀ ਫਰਕ ਪੈਂਦਾ ਵਾ? ਵੋਟ ਦੇ ਨਾਲ ਕੀ ਮਸਲਾ ਹੱਲ ਹੁੰਦਾ ਕੋਈ? ਜਿਵੇਂ ਸਾਹਿਬ ਹੁਣ ਵੋਟਾਂ ਦੀ ਫੈਸਲਾ ਦੇਗਾ ਇਨਸ਼ਾਅੱਲਾ। ਖੁਦਾ ਦੀ ਜ਼ਾਤ ਬੜੀ ਬੇਆਵਾਜ਼ ਹੈ। ਇਹ ਰੋਜ਼ ਦੀ ਨਹੀਂ ਹੁਣ, ਇਹ ਹੁਣ ਲੜਾਈ ਆਖਰੀ ਲੜਾਈ ਹੈ। ਇਹ ਆਖਰੀ ਲੜਾਈ ਸਿਰਫ ਲੜਾਈ ਦੀ ਹੁੰਦੀ ਹੈ ਕਿ ਇਹਨਾਂ 76 ਸਾਲ ਦਾ ਸੂਰਾ ਕਬਜ਼ਾ ਕੀਤੇ ਹੈ। ਮੈਂ ਵੀ ਯਕੀਨ ਕਰੋ ਸੜਕ ਤੇ ਖਲੋ ਕੇ ਫੌਜੀਆਂ ਨੂੰ ਸਲਾਮ ਕਰਦੇ ਆ। ਮੈਨੂੰ ਹੁਣ ਪਤਾ ਲੱਗਾ ਬੱਦੀ ਦਾ ਮਰਕਜ਼ ਹੀ ਹੈ। ਇੱਕ 2 ਟਕੇ ਦਾ ਬੰਦਾ, ਨਾ ਅੱਗਾ ਉਹਦਾ ਪਤਾ, ਨਾ ਪਿੱਛਾ ਪਤਾ, ਨਾ ਤਲੀ, ਨਾ ਸ਼ਕਲ ਹੈ। ਲਾਲੀਏ ਦੇ ਬਲਾਣੇ ਦਾ ਚੂੜਾ ਵੇਖਿਆ ਤੂੰ ਐਦਾਂ ਸਾਫ ਕਰਦਾ ਮੱਥੇ ਤੇ ਮਸਲ ਬੰਨੇ ਹੱਥੇ ਜਾਂ ਵੈਸੀ ਫਿਰ ਤੋਂ ਸਿਗਲ ਉਹ ਆ ਕੇ ਸਾਡੇ ਤੇ ਹੁਕੂਮਤ ਕਰ ਸਕਦੇ। ਬਹੁਤ ਸ਼ੁਕਰੀਆ। ਇਸ ਵਾਸਤੇ ਮੈਂ ਅਰਜ਼ ਕਰਨਾ ਪਿਆ, ਪੂਰੀ ਕੌਮ ਅੱਗੇ ਅਪੀਲ ਹੈ ਮੇਰੀ, ਇਹਨਾਂ 'ਚ ਗੈਰਤ ਹੈ। ਨਵੀਂ ਜਨਰੇਸ਼ਨ ਉੱਠੋ। ਇਹਨਾਂ ਜਿਤਨੇ ਬੰਦੇ ਇਸ ਵੇਲੇ ਪਾਰਲੀਮੈਂਟ 'ਚ ਬੈਠੇ ਨੇ, ਚਲੋ ਬਸ ਠੀਕ ਹੈ, ਤੁਸੀਂ ਈਮਾਨ ਲੈ ਕੇ ਦੁਨੀਆ ਤੋਂ ਜਾਣਾ, ਇਹਨਾਂ 'ਚ ਇੱਕ ਵੀ ਬੰਦਾ MP MLA ਕਿਸੇ ਪਾਰਟੀ ਦਾ ਬਮਾ ਤਰੀਕੇ ਇਨਸਾਫ ਦੇ ਸਵਾਏ ਜਿਹੜੇ ਜਿਹਨੂੰ ਛੱਡ ਕੇ ਇੱਕ ਵੀ ਇਸ ਕਾਬਲ ਨਹੀਂ ਕਿ ਤੁਸੀਂ ਇਹਨਾਂ ਨੂੰ ਵੋਟ ਦਿਓ। ਜਿਹੜਾ ਵੋਟ ਦੇਗਾ ਮੈਂ ਦਾਅਵੇ ਨਾਲ ਕਹਿੰਦਾ ਮੈਨੂੰ ਗੋਲੀ ਮਾਰ ਦਿਓ, ਦਾਅਵੇ ਇਸਲਾਮ ਤੋਂ ਖਾਰਜ ਹੈ। ਇਹ ਸਭ ਮੁਨਾਫਿਕ ਧੋਖੇਬਾਜ਼। ਕੋਈ ਨਾ ਪਾਕਿਸਤਾਨ ਵਾਸਤੇ MP ਦਾ ਰੱਖਣ ਵਾਲਾ MLA, ਨਾ ਮੁਲਕ ਵਾਸਤੇ, ਨਾ ਖੌਫੇ ਖੁਦਾ ਵਾਸਤੇ। ਇੱਕ ਗੱਲ ਦੱਸੋ, ਇੱਕ ਆਖਰ ਦੀ ਗੱਲ ਦੱਸੋ, ਤੁਸੀਂ ਇੱਕ ਬੜੀ ਅਹਿਮ ਗੱਲ ਹੁਣ ਕਰ ਗਏ ਜੀ, ਬੜੀ ਇੱਕ ਪਤੇ ਦੀ ਗੱਲ ਹੈ ਕਿ ਮੈਨੂੰ ਦਾਇਰੇ ਇਸਲਾਮ ਚੋਂ ਖਾਰਿਜ ਕਰ ਦਿਓ। ਇਹਨਾਂ ਨੂੰ ਅਗਰ ਇਹ ਤੁਹਾਨੂੰ ਖਾਰਿਜ ਕਰ ਦੇਣ ਤਾਂ ਤੁਸੀਂ ਇਸਲਾਮ ਚੋਂ ਖਾਰਿਜ ਹੋ ਜਾਓਗੇ। ਮੈਂ ਅਰਜ਼ ਕਰਨਾ ਪਿਆ ਵੀ ਜਿਹੜਾ ਬੰਦਾ ਉੱਤੋਂ ਜੋ ਮਰਜ਼ੀ ਪਿਆ ਕੇ ਇੰਨਾ ਮਾਲਾ ਮਾਲੋ ਬਿਨਿਯਾਤ, ਜਿਹੜਾ ਬੰਦਾ ਜ਼ਾਲਮ ਨੂੰ, ਦਰਿੰਦੇ ਨੂੰ, ਹਰਾਮੀ ਨੂੰ ਵੋਟ ਦਿੰਦਾ ਉਹ ਵੀ ਜ਼ਾਲਮ ਦਿੰਦਾ ਹਰਾਮੀ ਹੈ। ਜਵੇਦ ਸਾਹਿਬ ਬੁਰੇ ਦੀ ਮਦਦ ਕਰਨਾ, ਚੰਗੇ ਦੇ ਖਿਲਾਫ ਹੋਣਾ। ਜਿਹੜੇ ਬੰਦੇ ਪਾਰਲੀਮੈਂਟ 'ਚ ਬਹਿ ਕੇ ਤਨਖਾਹਾਂ ਲੈਣ ਦੇ ਨੇ, 20 ਮਿੰਟ ਹੋ ਚੱਲੇ ਨੇ, ਫਿਰ ਕਰਾਂਗੇ ਬਾਤ। ਕਮਾਈ ਖਾਣ ਦੇ ਜੇ। ਚਲੋ ਬਹੁਤ ਲੰਬਾ ਹੋ ਗਿਆ ਪ੍ਰੋਗਰਾਮ, ਫਿਰ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ। ਜਿਹੜਾ ਕਿਸੇ ਦਾ ਖਾਣਾ इस वास्ते जवेद साहब अस्सलाम वालेकुम वरहमतुल्लाह। नाज़रीन, पहली बात तो ये है कि जो पाक फ़ौज है उसके ऊपर जिस तरह के इल्ज़ाम लगाए जा रहे थे कि फ़ौज का भी वही हाल है जो आम आदमी का है। चंद सियासतदानों ने जिस तरह कौम को ग़ुलाम बनाया हुआ है वही सिस्टम वहाँ पे भी चल रहा है। आम सिपाही जो बेचारा फ़ौज में गया, नौकरी के लिए गया, उसे बुरा भला नहीं कहना चाहिए, वो हमारे फ़ौजी हैं। चंद जर्नैलों की वजह से अगर ये पाकिस्तान इस वक्त इस हालात में पहुंचा है तो उसमें मेरा ख्याल ऊपर से ऑर्डर मारने वाले, अब लोग कहते हैं वो रिज़ाइन क्यों ना दे, अब रिज़ाइन देंगे तो फिर उन पर कोर्ट मार्शल शुरू हो जाता है, फिर उनको मारना शुरू कर देते हैं, गायब कर लेते हैं। दूसरी बात यह है कि कोई भी मज़हब हो, कोई भी फ़िरका हो, उसको असल नाम से बुलाना चाहिए। जो भी उसका असल नाम हो वो मेरा ख्याल है सबसे ज़बरदस्त मुनासिब होता है। इज़्ज़त एहतराम के साथ बुलाना चाहिए, क्योंकि गलत नाम से ना तो किसी को बुलाना चाहिए, ना किसी के मज़हब को, ना किसी के फ़िरके को। तीसरी बात ये है जो आखिर पे अभी इन्होंने खुद ही कही कि नीयत हर बंदे की अपनी, हर बंदे ने अपना इंसाफ देना। किसी के कहने पे ना तो कोई गैर मुस्लिम होता है और ना कोई मुसलमान होता है, हर बंदे ने अपना इंसाफ देना। और ये काफिर बनाने में हमने कहा मेरा ख्याल है हम किरदार अदा किया हुआ है। हम मुसलमान एक दूसरे को काफिर कहते हैं, ये तो खुशकिस्मती आपकी है कि काफिर आपको मुसलमान कहते हैं। पाकिस्तान आज़ादी के लिए लिया था,
پہلے یہ تھا کہ ہندو مسلمانوں کو مارتے تھے، اس لیے لیا گیا کہ آپ مسلمانوں کو ماریں، قتل کریں۔ چینل کو سبسکرائب کریں، کمنٹس میں لکھیں، بزرگ بڑی دنوں بعد یہ یعقوب صاحب لائن پہ لیے تھے تو اچھے کامنٹس کریں۔ باقی یہ جذباتی ہو جاتے ہیں، حالانکہ پہلے ان کو میں نے ریکویسٹ بھی کی تھی، مگر پھر بھی بیمار آدمی ہے، یہ ایسی چیز نکل گئی اور منہ سے تو اس کے لیے ہم معذرت چاہتے ہیں۔ اپنا خیال رکھیں، اللہ حافظ۔